ਸਤਿ ਸ਼੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਡਾਕਟਰ ਹਰਭਜਨ ਸਿੰਘ ਦੁਆਰਾ ਰਚਿਤ ਕਵਿਤਾ ਪਿੰਜਰੇ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ। ਇਸ ਕਵਿਤਾ ਵਿੱਚ ਡਾਕਟਰ ਹਰਭਜਨ ਸਿੰਘ ਨੇ ਪਿੰਜਰਾ ਸ਼ਬਦ ਜੋ ਹੈ ਪ੍ਰਤੀਕਾਤਮਕ ਰੂਪ ਦੇ ਵਿੱਚ ਵਰਤਿਆ ਹੈ। ਪਿੰਜਰਾ ਸਮਾਜ ਦਾ ਪ੍ਰਤੀਕ ਹੈ। ਕਵੀ ਕਹਿ ਰਿਹਾ ਹੈ ਕਿ ਇਸ ਸਮਾਜ ਰੂਪੀ ਪਿੰਜਰੇ ਦੇ ਵਿੱਚ ਰਹਿੰਦਿਆਂ ਹੋਇਆਂ ਮਨੁੱਖ ਜੋ ਹੈ ਸਮਾਜਿਕ ਕਦਰਾਂ ਕੀਮਤਾਂ, ਸਮਾਜਿਕ ਨੇਮਾਂ, ਜੋ ਸਮਾਜਿਕ ਮਾਣ ਮਰਿਆਦਾਵਾਂ ਨੇ ਉਹਨਾਂ ਦੇ ਵਿੱਚ ਇਸ ਕਦਰ ਬੱਝਿਆ ਹੁੰਦਾ ਹੈ। ਜਿਸ ਤਰ੍ਹਾਂ ਪੰਛੀ ਜੋ ਹੈ ਆਪਣੇ ਪੰਖ ਹੋਣ ਦੇ ਬਾਵਜੂਦ ਵੀ ਪਿੰਜਰੇ ਦੇ ਵਿੱਚ ਕੈਦ ਹੋ ਜਾਵੇ, ਜਦੋਂ ਜਾਂ ਉਸ ਨੂੰ ਕੈਦ ਕਰ ਦਿੱਤਾ ਜਾਵੇ ਤਾਂ ਉਹ ਆਪਣੀ ਮਨਮਰਜ਼ੀ ਦੀ ਉਡਾਨ ਨਹੀਂ ਭਰ ਸਕਦਾ। ਠੀਕ ਇਸੇ ਤਰ੍ਹਾਂ ਇਸ ਸਮਾਜ ਰੂਪੀ ਪਿੰਜਰੇ ਦੇ ਵਿੱਚ ਰਹਿੰਦਾ ਹੋਇਆ ਮਨੁੱਖ ਜੋ ਹੈ ਆਪਣੀ ਸੋਚਣ ਸਮਝਣ ਦੀ ਸ਼ਕਤੀ, ਬੁੱਧੀ ਦੀ ਵਰਤੋਂ, ਬੁੱਧੀ ਦੇ ਹੋਣ ਦੇ ਬਾਵਜੂਦ ਵੀ ਆਪਣੀਆਂ ਮਨ ਆਈਆਂ ਜਾਂ ਆਪਣੀ ਮਰਜ਼ੀ ਮੁਤਾਬਕ ਜੀਵਨ ਨਹੀਂ ਜੀ ਸਕਦਾ। ਆਪਣੀਆਂ ਜੋ ਸ਼ੌਂਕ ਨੇ ਉਸ ਢੰਗ ਨਾਲ ਪੂਰੇ ਨਹੀਂ ਕਰ ਸਕਦਾ ਜਿਸ ਢੰਗ ਦੇ ਨਾਲ ਉਹ ਚਾਹੁੰਦਾ ਹੈ। ਕਿਉਂਕਿ ਸਮਾਜ ਜਿਹੜਾ ਹੈ ਮਨੁੱਖ ਨੂੰ ਆਪਣੀ ਮਨ ਮਰਜ਼ੀ ਦੀਆਂ ਖੁੱਲ੍ਹਾਂ ਦੇਣ ਦੀ ਜਾਂ ਖੁੱਲ੍ਹਾਂ ਲੈਣ ਦੀ ਪ੍ਰਵਾਨਗੀ ਕਦੇ ਵੀ ਨਹੀਂ ਦਿੰਦਾ। ਇਸ ਲਈ ਕਵੀ ਨੇ ਇਸ ਕਵਿਤਾ ਦੇ ਵਿੱਚ ਪਿੰਜਰਾ ਸ਼ਬਦ ਜੋ ਹੈ ਇਸ ਨੂੰ ਸਮਾਜ ਰੂਪੀ ਪਿੰਜਰਾ ਦੇ ਰੂਪ ਦੇ ਵਿੱਚ, ਪ੍ਰਤੀਕਾਤਮਕ ਰੂਪ ਦੇ ਵਿੱਚ ਵਰਤਿਆ ਹੈ। ਕਵੀ ਕਹਿ ਰਿਹਾ ਹੈ, ਅਸਾਂ ਤਾਂ ਰਹਿਣਾ ਹੈ ਪਿੰਜਰੇ ਪਿੰਜਰੇ, ਮਾਰ ਤੇ ਭਾਵੇਂ ਮਾਰ ਨਾ ਜਿੰਦਰੇ। ਇਸ ਤੱਥ ਨੂੰ ਸਮਝਾਉਣ ਦੇ ਲਈ ਕਵੀ ਨੇ ਜੋ ਸਮਾਜ ਦੇ ਵਿੱਚ ਜੋ ਕੁੜੀਆਂ ਨੇ, ਜੋ ਕੁੜੀਆਂ ਰੂਪੀ ਚਿੜੀਆਂ ਨੇ, ਉਹਨਾਂ ਦਾ ਹਵਾਲਾ ਦਿੱਤਾ ਹੈ ਕਿ ਜਿਸ ਤਰ੍ਹਾਂ ਕੁੜੀਆਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਭਾਵੇਂ ਕੋਈ ਪਾਬੰਦੀਆਂ ਲਾਵੇ ਜਾਂ ਨਾ ਲਾਵੇ, ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਉਹਨਾਂ ਨੇ ਆਪਣਾ ਹਰ ਕਦਮ ਜਿਹੜਾ ਹੈ ਸਮਾਜ ਦੀ ਇੱਛਾ ਅਨੁਸਾਰ, ਆਪਣੇ ਪਰਿਵਾਰ ਦੀ ਇੱਛਾ ਅਨੁਸਾਰ ਹੀ ਚੁੱਕਣਾ ਹੁੰਦਾ ਹੈ। ਉੱਥੇ ਉਹ ਸਮਾਜ ਰੂਪੀ ਪਿੰਜਰੇ ਦੇ ਵਿੱਚ ਜਾਂ ਪਰਿਵਾਰ ਰੂਪੀ ਪਿੰਜਰੇ ਦੇ ਵਿੱਚ ਰਹਿੰਦਿਆਂ ਹੋਇਆਂ ਘਰ ਪਰਿਵਾਰ ਦੇ ਆਪਣੇ ਅਸੂਲਾਂ ਦੀ ਕੈਦ ਦੇ ਵਿੱਚ ਬੱਝੀਆਂ ਹੁੰਦੀਆਂ ਹਨ। ਮਾਰ ਦੇ ਭਾਵੇਂ ਮਾਰ ਨਾ ਜਿੰਦਰੇ। ਇਸ ਲਈ ਕਵੀ ਕਹਿ ਰਿਹਾ ਹੈ ਕਿ ਭਾਵੇਂ ਇਹ ਸਮਾਜ ਰੂਪੀ ਪਿੰਜਰੇ ਨੂੰ ਕੋਈ ਜਿੰਦਰੇ ਮਾਰ ਕੇ ਨਾ ਵੀ ਰੱਖੇ ਤਾਂ ਵੀ ਇਹ ਮਨੁੱਖ ਰੂਪੀ ਜੋ ਪੰਛੀ ਹੈ ਇਸ ਦੀ ਕੈਦ ਦੇ ਵਿੱਚ ਹੀ ਰਹੇਗਾ, ਆਪਣੀ ਮਨ ਮਰਜ਼ੀ ਅਨੁਸਾਰ ਜੋ ਹੈ ਵਿਚਰ ਨਹੀਂ ਸਕਦਾ। ਚਿੜੀਆਂ ਦਾ ਚੰਬਾ ਉੱਡਣਾ ਚਾਹੇ, ਉੱਡੀਏ ਤਾਂ ਉੱਡੀਏ ਕਿਹੜੀ ਰਾਹੇ। ਜੇ ਇਸ ਦੇ ਵਿੱਚ ਮਨੁੱਖ ਰੂਪੀ ਪੰਛੀ ਕਹਿ ਲਓ ਜਾਂ ਕੁੜੀਆਂ ਰੂਪੀ ਚਿੜੀਆਂ ਕਹਿ ਲਵੋ, ਇਹਨਾਂ ਦਾ ਸਮੂਹ ਆਪਣੀ ਮਰਜ਼ੀ ਮੁਤਾਬਕ ਜੇ ਹੈ ਇਸ ਸਮਾਜ ਦੇ ਵਿੱਚ ਆਪਣੀਆਂ ਇੱਛਾਵਾਂ ਪੂਰੀਆਂ ਕਰਨਾ ਵੀ ਚਾਹੇਗਾ ਤਾਂ ਉਹ ਕਿਵੇਂ ਕਰੇਗਾ? ਕਿਉਂਕਿ ਪਰਿਵਾਰ ਵਾਲਾ ਜੇ ਇਜਾਜ਼ਤ ਦੇ ਵੀ ਦੇਵੇਗਾ ਤਾਂ ਸਮਾਜ ਨੇ ਇਜਾਜ਼ਤ ਨਹੀਂ ਦੇਣੀ। ਉਹ ਇਸ ਸਮਾਜ ਰੂਪੀ ਪਿੰਜਰੇ ਨੂੰ ਛੱਡ ਕੇ ਕਿਤੇ ਜਾ ਵੀ ਨਹੀਂ ਸਕਦਾ, ਕਿਉਂਕਿ ਜਿਹੜੇ ਪੰਛੀ ਨੂੰ ਪਿੰਜਰੇ ਦੀ ਆਦਤ ਪੈ ਚੁੱਕੀ ਹੋਵੇ ਉਹ ਖੰਭ ਹੋਣ ਦੇ ਬਾਵਜੂਦ ਉਸ ਨੂੰ ਖੁੱਲ੍ਹਾ ਵੀ ਛੱਡ ਜਾਵੋ ਤਾਂ ਵੀ ਉਹ ਵਾਪਸ ਪਿੰਜਰੇ ਦੇ ਵਿੱਚ ਆ ਜਾਂਦਾ ਹੈ। ਠੀਕ ਇਸੇ ਤਰ੍ਹਾਂ ਮਨੁੱਖ ਜੋ ਹੈ ਇਸ ਸਮਾਜ ਰੂਪੀ ਪਿੰਜਰੇ ਦੇ ਵਿੱਚ ਰਹਿੰਦਿਆਂ ਹੋਇਆਂ ਸਮਾਜ ਦੀ ਇੱਛਾ ਅਨੁਸਾਰ ਹੀ ਚੱਲਦਾ ਹੈ। ਬਾਬਲ ਹੱਥੀਂ ਆਪ ਉਡਾਏ, ਤਾੜ ਕੇ ਪਿੰਜਰੇ ਮਾਰ ਕੇ ਜਿੰਦਰੇ। ਕਵੀ ਕਹਿ ਰਿਹਾ ਹੈ ਕਿ ਜਿਵੇਂ ਕੁੜੀਆਂ ਰੂਪੀ ਚਿੜੀਆਂ ਦਾ ਜੋ ਚੰਬਾ ਹੈ ਜਾਂ ਇਕੱਠ ਹੈ ਜਾਂ ਸਮੂਹ ਜੋ ਹੈ ਉਹ ਆਪਣੇ ਬਾਬਲ ਦੀ ਮਰਜ਼ੀ ਅਨੁਸਾਰ ਹੀ ਪੇਕੇ ਘਰ ਰੂਪੀ ਪਿੰਜਰੇ ਦੇ ਵਿੱਚੋਂ ਨਿਕਲ ਕੇ ਉਡਾਰੀ ਮਾਰਦਾ ਹੈ। ਜਦੋਂ ਬਾਬਲ ਰੂਪੀ ਸਮਾਜ ਰੂਪੀ ਬਾਬਲ ਜੋ ਹੈ ਉਸ ਨੂੰ ਇੱਕ ਪਰੰਪਰਾ ਦੇ ਵਿੱਚੋਂ ਜਾਂ ਇੱਕ ਘਰ ਪਰਿਵਾਰ ਦੀ ਪਰੰਪਰਾ ਦੇ ਵਿੱਚੋਂ ਨਿਕਲਣ ਦੀ ਇਜਾਜ਼ਤ ਦਿੰਦਾ ਹੈ ਤਾਂ ਉਹ ਫਿਰ ਇਸ ਦੇ ਬਾਵਜੂਦ ਵੀ ਜੋ ਹੈ ਸਹੁਰੇ ਘਰ ਰੂਪੀ ਜਾਂ ਅਗਲੇ ਸਮਾਜ ਰੂਪੀ ਜੋ ਪਿੰਜਰਾ ਹੈ ਉਸ ਦੀਆਂ ਪਰੰਪਰਾਵਾਂ ਦੇ ਵਿੱਚ ਕੈਦ ਹੋ ਜਾਂਦਾ ਹੈ ਮਨੁੱਖ। ਕਿਉਂਕਿ ਮਨੁੱਖ ਜੋ ਹੈ ਅਸਲ ਦੇ ਵਿੱਚ, ਜਿਵੇਂ ਇਸ ਨੂੰ ਅਸੀਂ ਇਸ ਢੰਗ ਨਾਲ ਵੀ ਸਮਝ ਸਕਦੇ ਹਾਂ ਕਿ ਜਦੋਂ ਕੁੜੀਆਂ ਜੋ ਨੇ ਆਪਣੇ ਪੇਕੇ ਘਰ ਦੇ ਵਿੱਚ ਆਪਣੀ ਮਰਜ਼ੀ ਦਾ ਕੋਈ ਕਦਮ ਚੁੱਕਣਾ ਚਾਹੁੰਦੀਆਂ ਨੇ ਜਾਂ ਆਪਣੀ ਮਰਜ਼ੀ ਅਨੁਸਾਰ ਕੁਝ ਕਰਨਾ ਚਾਹੁੰਦੀਆਂ ਨੇ ਤੇ ਅਕਸਰ ਘਰਾਂ ਦੇ ਵਿੱਚ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਆਪਣੇ ਘਰ ਜਾ ਕੇ ਜੋ ਮਰਜ਼ੀ ਕਰ ਲੈਣਾ, ਆਪਣੇ ਘਰ ਜਾ ਕੇ ਜੋ ਮਰਜ਼ੀ ਪਹਿਨਣਾ, ਜਿਸ ਤਰ੍ਹਾਂ ਦਾ ਮਰਜ਼ੀ ਪਹਿਨਣਾ। ਪਰ ਉਸ ਆਪਣੇ ਘਰ ਦੇ ਵਿੱਚ ਜਾਣ ਲੱਗਿਆਂ ਫਿਰ ਉਸ ਨੂੰ ਅਨੇਕ ਤਰ੍ਹਾਂ ਦੀਆਂ ਨਸੀਹਤਾਂ ਹੁੰਦੀਆਂ ਹਨ ਕਿ ਉਸਨੇ ਉਸ ਸਹੁਰਾ ਪਰਿਵਾਰ ਰੂਪੀ ਪਿੰਜਰੇ ਦੇ ਵਿੱਚ ਜੋ ਹੈ ਉਹਨਾਂ ਦੀ ਮਾਣ ਮਰਿਆਦਾ ਦੇ ਅਨੁਸਾਰ ਵਿਚਰਨਾ ਹੈ। ਸੋ ਬਾਬਲ ਹੱਥੀਂ ਆਪ ਉਡਾਏ, ਤਾੜ ਕੇ ਪਿੰਜਰੇ ਮਾਰ ਕੇ
ਜਿੰਦਰੇ ਜੋ ਪਰਿਵਾਰ ਜਿਹੜਾ ਹੈ ਹਮੇਸ਼ਾ ਉਸ ਨੂੰ ਆਪਣੇ ਭਵਿੱਖ ਦੇ ਵਿੱਚ ਸੁਪਨੇ ਪੂਰਨ ਕਰਨ ਦੀਆਂ ਜੋ ਨਸੀਹਤਾਂ ਦਿੰਦਾ ਸੀ, ਪਰ ਜਦੋਂ ਉਹ ਵਕਤ ਆਉਂਦਾ ਹੈ ਤਾਂ ਫਿਰ ਉੱਥੇ ਨਸੀਹਤਾਂ ਦਾ ਇੱਕ ਲੰਬਾ ਚੌੜਾ ਮਾਨ ਮਰਿਆਦਾਵਾਂ ਦੇ ਜਿਹੜੇ ਜਿੰਦਰੇ ਹੁੰਦੇ ਨੇ ਉਹ ਉਸ ਦੀ ਜ਼ਿੰਦਗੀ ਦੇ ਵਿੱਚ ਵੱਜ ਜਾਂਦੇ ਨੇ। ਪਲ ਭਰ ਉੱਡਦਿਆਂ ਟਾਹਣੀਓ ਟਾਹਣੀ, ਟਾਹਣੀਓ ਟਾਹਣੀ ਤੇ ਹਾਣੀਓ ਹਾਣੀ। ਕਵੀ ਕਹਿ ਰਿਹਾ ਹੈ ਕਿ ਵਿਆਹ ਤੋਂ ਬਾਅਦ ਜਿਹੜੀ ਹੈ ਇੱਕ ਕੁੜੀ ਨੂੰ ਆਪਣੀ ਮਨ ਮਰਜ਼ੀ ਅਨੁਸਾਰ ਜੋ ਹੈ ਸ਼ੌਕ ਪੂਰੇ ਕਰਨ ਦੀ ਜਿਹੜੀ ਇੱਕ ਮਤਲਬ ਵਕਤ ਜਾਂ ਮਿਲਦਾ ਹੈ ਜਾਂ ਆਜ਼ਾਦੀ ਮਿਲਦੀ ਜਿਹੜੀ ਹੈ ਉਹ ਵੀ ਬੜੀ ਥੋੜ੍ਹ ਜਿਹੀ ਹੁੰਦੀ ਹੈ। ਕੁਝ ਵਕਤ ਦੀ ਉਹ ਆਜ਼ਾਦੀ ਜਿਹੜੀ ਹੈ ਉਹ ਪੰਛੀਆਂ ਵਾਂਗ, ਜੇ ਪੰਛੀ ਨੂੰ ਉਡਾਵਾਂਗੇ ਵੀ ਪਿੰਜਰੇ ਦੇ ਵਿੱਚੋਂ ਤਾਂ ਉਹ ਵੱਧ ਤੋਂ ਵੱਧ ਉਸ ਪਿੰਜਰੇ 'ਚੋਂ ਨਿਕਲ ਕੇ ਉਸ ਰੁੱਖ ਦੀਆਂ ਟਾਹਣੀਆਂ ਤੱਕ ਹੀ ਖੁੱਲ੍ਹ ਮਾਣਦਾ ਹੈ, ਦੂਰ ਨਹੀਂ ਜਾਂਦਾ ਕਿਉਂਕਿ ਉਸਨੂੰ ਡਰ ਲੱਗਦਾ ਹੈ। ਠੀਕ ਇਸੇ ਤਰ੍ਹਾਂ ਜੋ ਮਨੁੱਖ ਹੈ ਜਾਂ ਕੁੜੀਆਂ ਜਿਹੜੀਆਂ ਹਨ ਉਹ ਵੀ ਜੇ ਆਜ਼ਾਦੀ ਮਿਲ ਵੀ ਜਾਵੇ ਤਾਂ ਉਹਨਾਂ ਦੀ ਆਜ਼ਾਦੀ ਜਿਹੜੀ ਹੈ ਉਹ ਵੀ ਸਮਾਜਿਕ ਮਾਨ ਮਰਿਆਦਾ ਦੇ ਅਨੁਸਾਰ ਹੀ ਹੁੰਦੀ ਹੈ। ਕਿਉਂਕਿ ਉਹ ਅਚੇਤ ਰੂਪ ਦੇ ਵਿੱਚ ਹੀ ਸਮਾਜਿਕ ਮਾਨ ਮਰਿਆਦਾਵਾਂ ਦੇ ਜੰਦਰਿਆਂ ਨੂੰ ਜੋ ਹੈ ਸਵੀਕਾਰ ਕਰ ਚੁੱਕੀਆਂ ਹੁੰਦੀਆਂ ਹਨ ਔਰ ਉਸ ਦੇ ਵਿੱਚੋਂ ਨਿਕਲਣ ਦੀ ਕਦੇ ਵੀ ਉਹ ਗਲਤੀ ਨਹੀਂ ਕਰਦੀਆਂ। ਕਿਉਂਕਿ ਸਮਾਜਿਕ ਮਾਨ ਮਰਿਆਦਾਵਾਂ ਜਿਹੜੀਆਂ ਨੇ ਉਹ ਬਚਪਨ ਤੋਂ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਉਹ ਉਹਨਾਂ ਦੇ ਜੀਵਨ ਦਾ ਹਿੱਸਾ ਬਣ ਚੁੱਕੀਆਂ ਹੁੰਦੀਆਂ ਹਨ ਔਰ ਉਹਨਾਂ ਨੂੰ ਤੋੜਨਾ ਜਾਂ ਉਹਨਾਂ ਤੋਂ ਪਾਰ ਜਾਣਾ, ਉਹਨਾਂ ਦੀ ਤੋੜਨ ਜਾਂ ਪਾਰ ਜਾਣ ਦੀ ਹਿੰਮਤ ਹੀ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਮਾਜ ਜਿਹੜਾ ਹੈ ਉਹਨਾਂ ਨੂੰ ਇਸ ਰੂਪ ਦੇ ਵਿੱਚ ਸਵੀਕਾਰ ਹੀ ਨਹੀਂ ਕਰੇਗਾ। ਉੱਥੇ ਵੀ ਉਹੀ ਗੱਲ ਪੁਰਾਣੀ ਹਾਣ ਨੂੰ ਪਿੰਜਰੇ ਜਾਣ ਨੂੰ ਜਿੰਦਰੇ। ਇੱਥੋਂ ਤੱਕ ਕਿ ਜੋ ਹੁਣ ਤੱਕ ਇੱਕ ਉਹਨਾਂ ਨੂੰ ਜੋ ਹੈ ਮਿੱਠੀ ਗੋਲੀ ਦਿੱਤੀ ਜਾਂਦੀ ਰਹੀ ਹੈ ਕਿ ਆਪਣੇ ਸਹੁਰੇ ਘਰ ਜਾ ਕੇ ਤੁਸੀਂ ਆਪਣੀ ਮਨ ਮਰਜ਼ੀ ਦਾ ਜੀਵਨ ਜਿਉ ਸਕਦੀਆਂ ਸੋ, ਤਾਂ ਉੱਥੇ ਵੀ ਜਦੋਂ ਬਾਅਦ ਵਿੱਚ ਪਤਾ ਚੱਲਦਾ ਹੈ ਕਿ ਉੱਥੇ ਵੀ ਉਹੀ ਗੱਲ ਪੁਰਾਣੀ, ਵਾਸਤਵ ਦੇ ਵਿੱਚ ਮਾਹੌਲ ਉੱਥੇ ਵੀ ਉਸੇ ਤਰ੍ਹਾਂ ਦਾ ਹੀ ਹੈ। ਉੱਥੇ ਵੀ ਬਹੁਤ ਸਾਰੀਆਂ ਪਾਬੰਦੀਆਂ ਹਨ, ਬਹੁਤ ਸਾਰੇ ਕਾਇਦੇ ਕਾਨੂੰਨ ਹਨ, ਭਾਵ ਅਨੁਸ਼ਾਸਨਬੱਧ ਜੀਵਨ ਢੰਗ ਜੋ ਹੈ ਉੱਥੇ ਵੀ ਉਸੇ ਤਰ੍ਹਾਂ ਹੀ ਜਿਉਣਾ ਪੈਣਾ ਹੈ ਜਿਵੇਂ ਦਾ ਹੁਣ ਤੱਕ ਉਹਨਾਂ ਨੇ ਜੀਵਿਆ ਹੈ। ਹਾਣ ਨੂੰ ਪਿੰਜਰੇ ਜਾਣ ਨੂੰ ਜਿੰਦਰੇ। ਇੱਥੋਂ ਤੱਕ ਕਿ ਉਹਨਾਂ ਦੇ ਤਾਂ ਮਨ ਚਾਹੇ ਰੂਹ ਦੇ ਹਾਣੀ ਦੇ ਨਾਲ ਜੋ ਸੰਬੰਧ ਹਨ ਉਸਦੇ, ਉਹਨਾਂ ਦੇ ਉੱਤੇ ਵੀ ਬਹੁਤ ਸਾਰੇ ਜਿੰਦਰੇ ਹਨ, ਬੜੀਆਂ ਪਾਬੰਦੀਆਂ ਹਨ। ਉਹ ਵੀ ਉਸ ਨਾਲ ਵੀ ਜਿਹੜੀਆਂ ਖੁੱਲ੍ਹਾਂ ਨੇ ਉਹ ਵੀ ਸਮਾਜਿਕ ਕਦਰਾਂ ਕੀਮਤਾਂ ਦੇ ਅਨੁਸਾਰ ਹੀ ਲੈ ਸਕਦੀਆਂ ਹਨ। ਆਪਣੇ 'ਚੋਂ ਆਪਣੀਆਂ ਅੱਖੀਆਂ ਪੁੱਟੀਆਂ, ਪਿੰਜਰੇ ਤੋਂ ਬਾਹਰ ਵਗਾ ਕੇ ਸੁੱਟੀਆਂ। ਦੂਜੇ ਪਾਸੇ ਕਵੀ ਕਹਿ ਰਹੇ ਕਿ ਜੋ ਲੋਕ ਥੋੜ੍ਹੇ ਜਿਹੇ ਦਿਲ ਜਾਂ ਦਿਮਾਗ ਦੀ ਜਾਂ ਵਰਤੋਂ ਕਰਨ ਵਾਲੇ, ਭਾਵ ਜੋ ਸੁਚੇਤ ਹੁੰਦੇ ਨੇ, ਜੋ ਗੱਲ ਨੂੰ ਸਮਝਦੇ ਨੇ ਅਤੇ ਜਦੋਂ ਉਹਨਾਂ ਨੂੰ ਹੋਸ਼ ਆਉਂਦੀ ਹੈ ਉਹ ਆਪਣੀ ਜੋਸ਼ ਦੇ ਨਾਲ ਨਾਲ ਹੋਸ਼ ਦੀ ਜਿਹੜੇ ਵਰਤੋਂ ਕਰਨ ਵਾਲੇ ਹੁੰਦੇ ਨੇ, ਆਪਣੇ 'ਚੋਂ ਆਪਣੀਆਂ ਅੱਖੀਆਂ ਪੁੱਟੀਆਂ, ਪਿੰਜਰੇ ਤੋਂ ਬਾਹਰ ਵਗਾ ਕੇ ਸੁੱਟੀਆਂ। ਉਹ ਜਿਹੜੇ ਨੇ ਆਪਣੀ ਬੁੱਧੀ ਅਨੁਸਾਰ, ਆਪਣੀ ਸੋਚ ਅਨੁਸਾਰ ਜੋ ਹੈ ਇਸ ਸਮਾਜ ਰੂਪੀ ਪਿੰਜਰੇ ਦੇ ਤੋਂ ਮੁਕਤ ਹੋਣਾ ਚਾਹੁੰਦੇ ਨੇ, ਪਰ ਚੁੱਕ ਲਈਆਂ ਲੋਕਾਂ ਨੇ ਡਿੱਗੀਆਂ ਅਤੇ ਟੁੱਟੀਆਂ। ਭਾਵ ਇਸ ਸਮਾਜ ਰੂਪੀ ਪਿੰਜਰੇ ਦੇ ਵਿੱਚੋਂ ਜਦੋਂ ਉਹ ਬਾਹਰ ਝਾਤੀ ਮਾਰਦੇ ਨੇ, ਬਾਹਰ ਵੇਖਦੇ ਨੇ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਉੱਥੇ ਬਹੁਤ ਆਜ਼ਾਦੀ ਹੈ, ਆਪਣੀ ਮਨ ਮਰਜ਼ੀ ਦਾ ਜੀਵਨ ਹੈ, ਤਾਂ ਜੇਕਰ ਉਸ ਜੀਵਨ ਦੀ ਖੁੱਲ੍ਹ ਨੂੰ ਉਹ ਮੰਨਣਾ ਚਾਹੁਣ ਵੀ ਤਾਂ ਸਮਾਜ ਉਹਨਾਂ ਨੂੰ ਪ੍ਰਵਾਨ ਨਹੀਂ ਕਰਦਾ। ਇਸ ਲਈ ਉਹਨਾਂ ਦੇ ਉੱਤੇ ਜੋ ਪਰੰਪਰਾਵਾਂ ਦੀ ਕੈਦ ਹੁੰਦੀ ਹੈ, ਪਰੰਪਰਾਵਾਂ ਦੇ ਜਿਹੜੇ ਚਾਬੁਕ ਹੁੰਦੇ ਹਨ ਉਹ ਉਹਨਾਂ ਨੂੰ ਸਹਾਰਨੇ ਪੈਂਦੇ ਹਨ, ਜਿਸ ਸਦਕਾ ਉਹਨਾਂ ਦੀ ਜਿਹੜੀ ਸੋਚ ਹੈ ਫਿਰ ਉਹਨਾਂ ਦੇ ਅਨੁਸਾਰ ਹੀ ਉਹ ਢਾਲ ਲੈਂਦੇ ਹਨ, ਭਾਵੇਂ ਕਿਸੇ ਸਮਾਜਿਕ ਦਬਾਅ ਦੇ ਅਧੀਨ ਕਹਿ ਲਓ, ਭਾਵੇਂ ਕਿਸੇ ਤਰ੍ਹਾਂ ਦੀ ਜੋ ਹੈ ਜ਼ਬਰਦਸਤੀ ਦੇ ਅਧੀਨ ਕਹਿ ਲਵੋ, ਜਾਂ ਕਿਸੇ ਤਰ੍ਹਾਂ ਦੇ ਕਰੜੇ ਅਨੁਸ਼ਾਸਨ ਦੇ ਨਿਯਮਾਂ ਦੇ ਅਧੀਨ ਕਹਿ ਲਓ ਕਿ ਉਹਨਾਂ ਦੀ ਮਨ ਮਰਜ਼ੀ ਉੱਥੇ ਵੀ ਪੂਰੀ ਨਹੀਂ ਹੁੰਦੀ। ਰੱਖ ਲਈਆਂ ਪਿੰਜਰੇ, ਡੱਕ ਲਈਆਂ ਜਿੰਦਰੇ। ਇਸ ਤਰ੍ਹਾਂ ਇਸ ਜਾਗਰੂਕ ਸੋਚ ਵਾਲੇ ਲੋਕ ਜਿਹੜੇ ਨੇ ਉਹਨਾਂ ਦੀ ਜੋ ਜਾਗਰੂਕਤਾ ਹੈ ਉਸ ਦੇ ਉੱਤੇ ਅਨੇਕਾਂ ਪ੍ਰਸ਼ਨ ਚਿੰਨ੍ਹ ਲਗਾਏ ਜਾਂਦੇ ਹਨ ਔਰ ਉਹਨਾਂ ਪ੍ਰਸ਼ਨਾਂ ਚਿੰਨ੍ਹਾਂ ਨੂੰ ਜਾਂ ਉਹਨਾਂ ਨਜ਼ਰਾਂ ਨੂੰ, ਜੋ ਪ੍ਰਸ਼ਨ ਚਿੰਨ੍ਹ ਵਾਲੀਆਂ ਨਜ਼ਰਾਂ ਹਨ, ਮਨੁੱਖ ਸਹੀ ਹੋਣ ਦੇ ਬਾਵਜੂਦ ਵੀ ਕਈ ਵਾਰਾਂ ਉਹ ਉਹਨਾਂ ਦੇ ਸਾਹਮਣੇ ਝੁਕ ਜਾਂਦਾ ਹੈ। ਕਿਉਂਕਿ ਉਹ ਇੱਕ ਸਮਾਜਿਕ ਪ੍ਰਾਣੀ ਹੈ ਔਰ ਸਮਾਜ ਵਿੱਚ ਰਹਿੰਦਿਆਂ ਹੋਇਆਂ ਉਹ ਅਚੇਤ ਰੂਪ ਦੇ ਵਿੱਚ ਹੀ, ਸੁਚੇਤ ਹੋਣ ਦੇ ਬਾਵਜੂਦ ਵੀ ਅਚੇਤ ਰੂਪ ਵਿੱਚ ਹੀ ਉਹਨਾਂ ਜੋ ਮਰਿਆਦਾਵਾਂ ਨੇ ਉਹਨਾਂ ਦੇ ਵਿੱਚ ਕੈਦ ਹੋ ਜਾਂਦਾ ਹੈ। ਪਿੰਜਰੇ ਤੋਂ ਬਾਹਰ ਪੈਰ ਜਾਂ ਪਾਇਆ,
ਪਿੰਜਰਾ ਹੀ ਅੱਗੋਂ ਲੈਣ ਨੂੰ ਆਇਆ। ਫਿਰ ਕਵੀ ਕਹਿ ਰਿਹਾ ਹੈ ਕਿ ਜੇ ਇਸ ਪੇਕੇ ਘਰ ਰੂਪੀ ਪਿੰਜਰੇ ਦੇ ਵਿੱਚੋਂ ਬਾਹਰ ਉਹ ਪੈਰ ਪਾਉਂਦੀਆਂ ਹੀ ਹਨ ਤਾਂ ਸਹੁਰੇ ਘਰ ਰੂਪੀ ਪਿੰਜਰਾ ਜਿਹੜਾ ਹੈ ਅੱਗੋਂ ਲੈਣ ਨੂੰ ਆਉਂਦਾ ਹੈ। ਭਾਵ ਹੁਣ ਤੱਕ ਜੋ ਵਿਆਹਤਾ ਜੀਵਨ ਦੇ ਆਗਾਜ਼ ਹੋਣ ਤੋਂ ਪਹਿਲਾਂ ਦੀ ਜਿਹੜੀ ਜੀਵਨ ਹੈ, ਕੁੜੀ ਪੇਕੇ ਘਰ ਦੇ ਰੂਪ ਵਿੱਚ ਜੋ ਹੈ ਉਹ ਆਪਣੇ ਬਾਬਲ ਦੇ ਵਿਹੜੇ ਦੀਆਂ ਸਮਾਜਿਕ ਕਦਰਾਂ ਕੀਮਤਾਂ ਨੇ ਜੋ ਉਹਨਾਂ ਦੀ ਗੁਲਾਮ ਹੁੰਦੀ ਹੈ, ਅਤੇ ਫਿਰ ਅੱਗੋਂ ਸਹੁਰੇ ਘਰ ਰੂਪੀ ਪਿੰਜਰਾ ਅੱਗੋਂ ਲੈਣ ਆਉਂਦਾ ਹੈ। ਭਾਵ ਵਿਆਹ ਤੋਂ ਬਾਅਦ ਉਹ ਸਹੁਰੇ ਘਰ ਦੀਆਂ ਰਹੁ ਰੀਤਾਂ ਸਮਾਜਿਕ ਮਾਨ ਮਰਿਆਦਾਵਾਂ ਦੇ ਵਿੱਚ ਜਕੜੀ ਜਾਂਦੀ ਹੈ। ਪਿੰਜਰੇ ਸੰਗ ਪਿੰਜਰਾ ਟਕਰਾਇਆ। ਕਵੀ ਕਹਿ ਰਿਹਾ ਕਿ ਅਸਲ ਦੇ ਵਿੱਚ ਇੱਕ ਪਿੰਜਰਾ ਦੂਸਰੇ ਪਿੰਜਰੇ ਸੰਗ ਟਕਰਾ ਜਾਂਦਾ ਹੈ। ਇੱਕ ਪਿੰਜਰੇ ਦੇ ਵਿੱਚੋਂ ਨਿਕਲ ਕੇ ਮਨੁੱਖ ਜੋ ਹੈ ਨਾਲ ਦੀ ਨਾਲ ਦੂਸਰੇ ਪਿੰਜਰੇ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਉਸ ਦੀ ਸੁਤੰਤਰ ਹੋਂਦ ਜਿਹੜੀ ਹੈ ਉਸ ਨੂੰ ਸਵੀਕਾਰ ਹੀ ਨਹੀਂ ਕੀਤਾ ਜਾਂਦਾ ਸਮਾਜ ਦੇ ਵਿੱਚ। ਰੰਗ ਵੀ ਪਿੰਜਰੇ, ਜੰਗ ਵੀ ਜਿੰਦਰੇ। ਇਹ ਜੋ ਪਿੰਜਰਾ ਹੈ, ਨਵਾਂ ਪਿੰਜਰਾ ਹੈ, ਇਸ ਪਿੰਜਰੇ ਦਾ ਰੰਗ ਵੀ ਉਸ ਪੁਰਾਣੇ ਪਿੰਜਰੇ ਜਿਹਾ ਹੀ ਹੈ ਔਰ ਜੰਗ ਵੀ ਜਿੰਦਰੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਜੋ ਪਿੰਜਰੇ ਹਨ, ਸਮਾਜ ਰੂਪੀ ਪਿੰਜਰੇ ਹਨ, ਭਾਵੇਂ ਉਹ ਪੇਕਾ ਘਰ ਰੂਪੀ ਪਿੰਜਰਾ ਹੈ ਜਾਂ ਸਹੁਰਾ ਘਰ ਰੂਪੀ ਪਿੰਜਰਾ ਹੈ, ਇਹ ਪਿੰਜਰੇ ਜਿਹੜੇ ਹਨ ਇਹ ਇੰਨੇ ਜੰਗਾਲੇ ਹੋਏ ਹਨ। ਭਾਵ ਜਦੋਂ ਕਿਸੇ ਚੀਜ਼ ਨੂੰ ਜੰਗ ਲੱਗ ਜਾਂਦਾ ਹੈ ਤਾਂ ਜੇਕਰ ਜੰਦਰੇ ਨੂੰ ਜੰਗ ਲੱਗ ਗਿਆ ਹੈ ਤਾਂ ਉਸ ਨੂੰ ਖੋਲ੍ਹਣਾ ਬਹੁਤ ਮੁਸ਼ਕਿਲ ਹੁੰਦਾ ਹੈ। ਭਾਵ ਅਣਹੋਣੀ ਗੱਲ ਹੁੰਦੀ ਹੈ, ਉਸ ਨੂੰ ਤੋੜਨਾ ਪੈ ਸਕਦਾ ਹੈ। ਠੀਕ ਇਸੇ ਤਰ੍ਹਾਂ ਜੋ ਸਮਾਜਿਕ ਮਾਨ ਮਰਿਆਦਾਵਾਂ ਦੇ ਪਿੰਜਰੇ ਜਿਹੜੇ ਨੇ ਉਹ ਇੰਨੇ ਕਰੜੇ ਹਨ ਕਿ ਉਹਨਾਂ ਨੂੰ ਜੰਗ ਲੱਗ ਚੁੱਕਾ ਹੈ। ਭਾਵ ਉਹ ਹੁਣ ਜੋ ਹੈ ਸਮੇਂ ਦੀਆਂ ਦੇ ਹਾਣ ਦੀਆਂ ਨਹੀਂ ਹਨ ਉਹ ਮਰਿਆਦਾਵਾਂ, ਪਰ ਫਿਰ ਵੀ ਸਮਾਜ ਜੋ ਹੈ ਧ੍ਰਿਗੋਂ ਜੋਰੀ ਮਨੁੱਖ ਨੂੰ, ਆਧੁਨਿਕ ਸੋਚ ਵਾਲੇ ਮਨੁੱਖ ਨੂੰ ਵੀ ਜੋ ਹੈ ਉਹਨਾਂ ਕਦਰਾਂ ਕੀਮਤਾਂ ਦੇ ਵਿੱਚ, ਉਹਨਾਂ ਰਹੁ ਰੀਤਾਂ ਦੇ ਵਿੱਚ ਜ਼ੋਰ ਜ਼ਬਰਦਸਤੀ ਦੇ ਨਾਲ ਆਪਣੇ ਸਮਾਜਿਕ ਤਾਣੇ ਬਾਣੇ ਦੇ ਪ੍ਰਭਾਵ ਸਦਕਾ ਜੋ ਹੈ ਉਹਦੇ ਵਿੱਚ ਦਬਾ ਕੇ ਰੱਖਦਾ ਹੈ, ਕੈਦ ਕਰਕੇ ਰੱਖਦਾ ਹੈ। ਕਿਉਂਕਿ ਮਨੁੱਖ ਜੋ ਹੈ ਉਹ ਕਦੇ ਵੀ, ਜਾਂ ਸਮਾਜ ਜੋ ਹੈ ਉਹ ਕਦੇ ਵੀ ਮਨੁੱਖ ਦੀ ਸੁਤੰਤਰ ਹੋਂਦ ਜਿਹੜੀ ਹੈ ਉਸ ਨੂੰ ਸਵੀਕਾਰ ਨਹੀਂ ਕਰਦਾ। ਸੁਤੰਤਰ ਉਮੀਦ ਹੈ ਕਿ ਇਹ ਕਵਿਤਾ ਤੁਹਾਨੂੰ ਬਹੁਤ ਚੰਗੇ ਢੰਗ ਦੇ ਨਾਲ ਸਮਝ ਆ ਗਈ ਹੋਵੇਗੀ। ਜੋ ਇਸ ਵੀਡੀਓ ਨੂੰ ਜਾਂ ਇਸ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹਨ, ਔਰ ਜੋ ਲਗਾਤਾਰ ਦੇਖ ਰਹੇ ਨੇ ਉਹਨਾਂ ਦਾ ਇਹ ਜੋ ਹੈ ਇੱਕ ਸਹਿਯੋਗ ਦੀ ਉਮੀਦ ਕਰਦੇ ਹਾਂ ਕਿ ਉਹ ਅੱਗੇ ਤੋਂ ਅੱਗੇ ਇਸ ਚੈਨਲ ਨੂੰ ਸ਼ੇਅਰ ਕਰਨ ਤਾਂ ਜੋ ਹੋਰ ਵਿਦਿਆਰਥੀ ਜਿਹੜੇ ਨੇ ਇਸ ਚੈਨਲ ਦਾ ਫਾਇਦਾ ਉਠਾ ਸਕਣ।